ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਜੋਤੀ ਜੋਤ ਸਮਾਉਣ ਲੱਗੇ ਹੋ। ਸੱਚੇ ਪਾਤਸ਼ਾਹ ਜੇਕਰ ਅਸੀਂ ਆਪ ਜੀ ਦੇ ਨਾਲ ਕੋਈ ਵਿਚਾਰਾਂ ਕਰਨੀਆਂ ਹੋਣ, ਆਪ ਜੀ ਕੋਲੋਂ ਕੋਈ ਹੁਕਮ ਲੈਣਾ ਹੋਵੇ, ਤਾਂ ਉਦੋਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਹੁਕਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਅਰਦਾਸ ਬੇਨਤੀ ਕਰਕੇ ਜੋ ਵੀ ਕਾਰਜ ਕਰਨਾ ਹੈ, ਉਹ ਜੇ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਉਹ ਮੇਰੇ ਨਾਲ ਹੀ ਗੱਲਬਾਤ ਕਰੋਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹੋਗੇ ਤਾਂ ਮੇਰੇ ਨਾਲ ਗੱਲਾਂ ਹੋਣਗੀਆਂ। ਕਿਸੇ ਵੀ ਗੱਲ ਦਾ ਤੁਹਾਨੂੰ ਸ਼ੰਕਾ ਹੋਵੇ, ਸਵਾਲ ਜਵਾਬ ਕਰਨਾ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਤੁਹਾਨੂੰ ਉੱਤਰ ਮਿਲੇਗਾ। ਫਿਰ ਬੇਨਤੀ ਕਈਆਂ ਨੇ ਕੀਤੀ, ਸੱਚੇ ਪਾਤਸ਼ਾਹ ਤੇ ਆਪ ਜੀ ਨੇ ਜੇਕਰ ਅਸੀਂ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਫਿਰ ਗੁਰੂ ਸਾਹਿਬ ਜੀ ਨੇ ਉਦੋਂ ਬਚਨ ਕੀਤਾ, ਕਹਿੰਦੇ ਆਤਮਾ ਗ੍ਰੰਥ ਮੈਂ ਸਰੀਰ ਪੰਥ ਮੈਂ। ਕਹਿੰਦੇ ਭਾਈ ਪੰਜਾਂ ਸਿੰਘਾਂ ਦੇ ਦਰਸ਼ਨ ਕਰਿਓ, ਜਿਹੜੇ ਤਿਆਰ ਬਰ ਤਿਆਰ ਬਾਣੀ ਬਾਣੇ ਦੇ ਵਿੱਚ ਤਿਆਰ ਬਰ ਤਿਆਰ ਹੋਣਗੇ। ਰਹਿਤ ਮਰਜ਼ਾਦਾ ਪਰਪੱਕਤਾ ਵਾਲੇ ਚੜ੍ਹਦੀ ਕਲਾ ਵਾਲੇ ਪੰਜਾਂ ਸਿੰਘਾਂ ਦੇ ਦਰਸ਼ਨ ਕਰਿਓ, ਤੁਹਾਨੂੰ ਪੰਜਾਂ ਸਿੰਘਾਂ ਦੇ ਵਿੱਚੋਂ ਕਹਿੰਦੇ ਮੇਰੇ ਸਰੂਪ ਦੇ ਦਰਸ਼ਨ ਹੋਣਗੇ। ਸੋ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅੱਜ ਬੇਅਦਬੀਆਂ ਹੋ ਰਹੀਆਂ, ਇਹ ਜਾਣ ਬੁੱਝ ਕੇ ਸਰਕਾਰਾਂ ਦੀਆਂ ਏਜੰਸੀਆਂ ਉਹ ਕਰਵਾ ਰਹੀਆਂ ਨੇ। ਉਹ ਸਿੱਖਾਂ ਨੂੰ ਉਹ ਦੇਖਦੇ ਹਨ ਕਿ ਸਿੱਖਾਂ ਦੀ ਜਿਹੜੀ ਦੁੱਖ ਦੀ ਰਗ ਹੈ ਉਹਦੇ 'ਤੇ ਹੱਥ ਪਾਉਣਾ। ਸਿੱਖੀ ਨੂੰ ਇਹਨਾਂ ਨੇ ਖਤਮ ਕਰਨ ਵਾਸਤੇ ਸਿੱਖਾਂ ਦੇ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਦੇਖ ਲਿਆ, ਸਿੱਖਾਂ ਨੂੰ ਮਾਰ ਕੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਪਾ ਕੇ ਇਹਨਾਂ ਨੇ ਸਿੱਖੀ ਨੂੰ ਖਤਮ ਕਰਨਾ ਚਾਹਿਆ। ਪਰ ਲੇਕਿਨ ਸਿੱਖੀ ਇਹਨਾਂ ਦੇ ਕੋਲੋਂ ਕਿਸੇ ਕੋਲੋਂ ਖਤਮ ਨਹੀਂ ਹੋ ਸਕੀ। ਵੱਡੇ ਵੱਡੇ ਤੁਸੀਂ ਸਾਰੇ ਇਤਿਹਾਸ ਨੂੰ ਜਾਣਦੇ ਹੋ ਕਿ ਕਿਵੇਂ ਪਿਛਲੇ ਸਮਿਆਂ ਦੇ ਵਿੱਚ ਵੱਡੇ ਵੱਡੇ ਜ਼ਕਰੀਆ ਖਾਨ ਵਰਗੇ, ਹੋਰ ਇੱਥੇ ਜਿੰਨੇ ਵੱਡੇ ਵੱਡੇ ਅਬਦਾਲੀ ਵਰਗੇ ਚੜ੍ਹ ਕੇ ਆਏ, ਉਹਨਾਂ ਨੇ ਸਿੱਖੀ ਨੂੰ ਖਤਮ ਕਰਨਾ ਚਾਹਿਆ, ਪਰ ਸਿੱਖੀ ਖਤਮ ਨਹੀਂ ਹੋ ਸਕੀ। आज्ञा पेई अकाल की तभी चलायो पथ, सबसे को हुक्म है गुरु मानी। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਆਪਣੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਤੇ ਅੱਜ ਪੂਰੀ ਜਗਤ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਸੋ ਅੱਜ ਇਸੇ ਸੰਬੰਧੀ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਖੜ੍ਹੇ ਹਾਂ ਅਤੇ ਆਓ ਗੱਲ ਕਰਦੇ ਹਾਂ। ਸਿੰਘ ਸਾਹਿਬ ਸਾਡੇ ਨਾਲ ਨੇ, ਮਿਸ਼ਲ ਤਰਨਾ ਦਲ ਤੋਂ ਜਥੇਦਾਰ ਬਾਬਾ ਸਵੰਜੀਤ ਸਿੰਘ ਪਟਲਾਵਾ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਬਾਬਾ ਜੀ, ਤੁਹਾਨੂੰ ਅੱਜ ਦੇ ਗੁਰਤਾ ਦਿਵਸ ਦੇ ਉੱਤੇ ਗੁਰੂ ਸਾਹਿਬ ਦੇ ਉੱਤੇ ਬਹੁਤ ਬਹੁਤ ਦੀ ਸ਼ਹਿਰ ਖਾਚਾ ਨਾਲੋਂ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 312ਵੇਂ ਗੁਰਤਾ ਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਸੋ ਦਾਸ ਵੱਲੋਂ ਮਿਸਲ ਸ਼ਹੀਦਾਂ ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਤਰਨਾ ਦਲ ਦੁਆਬਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ 312ਵੇਂ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਬਾਬਾ ਜੀ, ਅੱਜ ਅਸੀਂ ਸਾਡੀਆਂ ਸੰਗਤਾਂ ਜਾਣਨਾ ਚਾਹੁੰਦੇ ਨੇ ਗੁਰੂ ਸਾਹਿਬ ਦੇ ਥੋੜ੍ਹੇ ਜਿਹੇ, ਉਹਨੂੰ ਸਾਡੀ ਸੰਗਤਾਂ ਨੂੰ ਦੱਸੋ ਗੁਰੂ ਸਾਹਿਬ ਦੇ ਬਾਰੇ ਜੋ ਵੀ ਹੈ ਬਾਬਾ ਜੀ, ਉਹਨੂੰ ਤੁਸੀਂ ਉਹਨਾਂ ਦਾ ਥੋੜ੍ਹਾ ਜਿਹਾ ਬਾਬਾ ਜੀ। ਕਲਗੀਧਰ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੱਚਖੰਡ ਨੂੰ ਸਰੀਰ ਕਰਕੇ ਜਾਣਾ ਸੀ, ਜੋਤੀ ਜੋਤ ਸਮਾਉਣ ਲੱਗੇ, ਉਸ ਤੋਂ ਪਹਿਲਾਂ ਉਹਨਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ, ਜਿੱਥੇ ਸਾਰਾ ਪੰਥ ਇਕੱਠਾ ਹੋਇਆ ਸੀ, ਉੱਥੇ ਉਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਕੇ, ਅਤੇ ਜਦੋਂ ਸਾਰੀਆਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਚਨ ਕੀਤੇ ਸਨ ਕਿ ਅੱਜ ਤੋਂ ਬਾਅਦ ਤੁਹਾਨੂੰ ਇਹੋ ਜਿਹੇ ਗੁਰੂ ਦੇ ਲੜ ਲਾ ਕੇ ਜਾਵਾਂਗਾ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਦਾ ਸਦੀਵੀ ਕਾਲ ਜੁਗੋ ਜੁਗਾ ਟਲ ਗੁਰੂ ਹੋਣਗੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ 5 ਪੈਸੇ ਅਤੇ ਨਾਰੀਅਲ ਰੱਖ ਕੇ ਆਪ ਗੁਰੂ ਸਾਹਿਬ ਜੀ ਨੇ
ਮੱਥਾ ਟੇਕਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਉਸ ਦਿਨ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ। ਸੋ ਨਾਲ ਹੀ ਸਾਰੀਆਂ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਅੱਜ ਤੋਂ ਜੁਗੋ ਜੁਗਾ ਅਟਲ ਤੁਹਾਡਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੋਣਗੇ। ਉਹਨਾਂ ਦੇ ਸਾਨੂੰ ਸਾਰਿਆਂ ਨੂੰ ਲੜ ਲਾਇਆ। ਉਸ ਤੋਂ ਬਾਅਦ ਆਪਣਾ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਦੇ ਵਿੱਚ ਗਮਨ ਕੀਤਾ। ਸੋ ਅੱਜ ਵੀ ਸਾਰੀਆਂ ਸਿੱਖ ਸੰਗਤਾਂ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਬਹੁਤ ਹੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾਉਂਦੀਆਂ ਹਨ ਔਰ ਮਨਾਇਆ ਜਾ ਰਿਹਾ ਹੈ। ਸੋ ਜਿੱਥੇ ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਜੋਤੀ ਜੋਤ ਸਮਾਉਣ ਲੱਗੇ ਹੋ। ਸੱਚੇ ਪਾਤਸ਼ਾਹ ਜੇਕਰ ਅਸੀਂ ਆਪ ਜੀ ਦੇ ਨਾਲ ਕੋਈ ਵਿਚਾਰਾਂ ਕਰਨੀਆਂ ਹੋਣ, ਆਪ ਜੀ ਕੋਲੋਂ ਕੋਈ ਹੁਕਮ ਲੈਣਾ ਹੋਵੇ, ਤਾਂ ਉਦੋਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਹੁਕਮ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਅਰਦਾਸ ਬੇਨਤੀ ਕਰਕੇ ਜੋ ਵੀ ਕਾਰਜ ਕਰਨਾ ਹੈ, ਉਹ ਜੇ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਉਹ ਮੇਰੇ ਨਾਲ ਹੀ ਗੱਲਬਾਤ ਕਰੋਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹੋਗੇ ਤਾਂ ਮੇਰੇ ਨਾਲ ਗੱਲਾਂ ਹੋਣਗੀਆਂ। ਕਿਸੇ ਵੀ ਗੱਲ ਦਾ ਤੁਹਾਨੂੰ ਸ਼ੰਕਾ ਹੋਵੇ, ਸਵਾਲ ਜਵਾਬ ਕਰਨਾ ਹੋਵੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਤੁਹਾਨੂੰ ਉੱਤਰ ਮਿਲੇਗਾ। ਫਿਰ ਬੇਨਤੀ ਕਈਆਂ ਨੇ ਕੀਤੀ ਸੱਚੇ ਪਾਤਸ਼ਾਹ ਤੇ ਆਪ ਜੀ ਨੇ ਜੇਕਰ ਅਸੀਂ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਫਿਰ ਗੁਰੂ ਸਾਹਿਬ ਜੀ ਨੇ ਉਦੋਂ ਬਚਨ ਕੀਤਾ, ਕਹਿੰਦੇ ਆਤਮਾ ਗ੍ਰੰਥ ਮੈਂ ਸਰੀਰ ਪੰਥ ਮੈਂ। ਕਹਿੰਦੇ ਭਾਈ ਪੰਜਾਂ ਸਿੰਘਾਂ ਦੇ ਦਰਸ਼ਨ ਕਰਿਓ ਜਿਹੜੇ ਤਿਆਰ ਬਰ ਤਿਆਰ ਬਾਣੀ ਬਾਣੇ ਦੇ ਵਿੱਚ ਤਿਆਰ ਬਰ ਤਿਆਰ ਹੋਣਗੇ। ਰਹਿਤ ਮਰਜ਼ਾਦਾ ਪਰਪੱਕਤਾ ਵਾਲੇ ਚੜ੍ਹਦੀ ਕਲਾ ਵਾਲੇ ਪੰਜਾਂ ਸਿੰਘਾਂ ਦੇ ਦਰਸ਼ਨ ਕਰਿਓ। ਤੁਹਾਨੂੰ ਪੰਜਾਂ ਸਿੰਘਾਂ ਦੇ ਵਿੱਚੋਂ ਕਹਿੰਦੇ ਮੇਰੇ ਸਰੂਪ ਦੇ ਦਰਸ਼ਨ ਹੋਣਗੇ। ਸਿੰਘ ਪੰਚਨ ਮੈਂ ਮੇਰੋ ਬਾਸਾ, ਉਹਨਾਂ ਨੇ ਕਿਹਾ ਪੰਜਾਂ ਦੇ ਵਿੱਚ ਮੇਰਾ ਵਾਸ ਹੋਵੇਗਾ। ਤੁਸੀਂ ਕੋਈ ਵੀ ਕਾਰਜ ਕਰਨਾ ਹੋਵੇ ਸੋ ਪੰਥ ਦੇ ਨਾਲ ਸਲਾਹ ਕਰਕੇ ਸਾਰਾ ਪੰਥ ਆਤਮਾ ਗ੍ਰੰਥ ਮੇ ਸਰੀਰ ਪੰਥ ਮੇ, ਮਹਾਰਾਜ ਨੇ ਪੰਥ ਨੂੰ ਤੇ ਗ੍ਰੰਥ ਨੂੰ ਮਹਾਰਾਜ ਨੇ ਇਕੱਠੇ ਰੱਖਿਆ। ਜਿਵੇਂ ਪਹਿਲਾਂ ਚਮਕੌਰ ਸਾਹਿਬ ਦੀ ਧਰਤੀ 'ਤੇ ਵੀ ਭਾਈ ਸੰਗਤ ਸਿੰਘ ਦੇ ਸਿਰ ਦੇ ਉੱਤੇ ਸੀਸ ਦੇ ਉੱਤੇ ਕਲਗੀ ਸਜਾਈ, ਦੁਮਾਲੇ ਸਜਾਏ ਮਹਾਰਾਜ ਨੇ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਵੀ ਨਾਲ ਹੀ ਬਰਾਬਰ ਮਾਣ ਸਨਮਾਨ ਕੀਤਾ, ਕੋਈ ਫਰਕ ਨਹੀਂ ਰੱਖਿਆ। ਗ੍ਰੰਥ ਅਤੇ ਪੰਥ ਮਹਾਰਾਜ ਨੇ ਇਕੱਠੇ ਕੀਤੇ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਉਣ ਵਾਲੇ ਸਮਾਂ ਦੇ ਵਿੱਚ ਜੇਕਰ ਪੰਜ ਸਿੰਘ ਨਾ ਮਿਲਣ ਫਿਰ ਅਸੀਂ ਸੱਚੇ ਪਾਤਸ਼ਾਹ ਕਿਹਦੇ ਦਰਸ਼ਨ ਕਰਾਂਗੇ। ਤਾਂ ਉਦੋਂ ਮਹਾਰਾਜ ਨੇ ਬਚਨ ਕੀਤੇ ਸਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ। ਕਹਿੰਦੇ ਭਾਈ ਪੰਜਾਂ ਸਿੰਘਾਂ ਦੇ ਜ਼ਰੂਰੀ ਹਨ। ਜੇਕਰ ਘੱਟ ਵੀ ਹੋਣ, 2 ਸਿੰਘ ਹੋਣ, 3 ਹੋਣ, ਜਾਂ ਇੱਕ ਸਿੰਘ ਵੀ ਜਿਹੜਾ ਬਾਣੀ ਪੜ੍ਹਨੇ ਵਾਲਾ ਤਿਆਰ ਬਰ ਤਿਆਰ ਹੋਵੇਗਾ, ਉਹਦੇ ਸਿੰਘ ਦੇ ਬਾਣੀ ਬਾਣੇ ਵਾਲੇ ਦੇ ਤੁਸੀਂ ਦਰਸ਼ਨ ਕਰ ਲਵੋਗੇ ਤਾਂ ਮੇਰੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਉਸ ਸਿੰਘ ਦੇ ਵਿੱਚੋਂ, ਉਸ ਫੌਜ ਦੇ ਵਿੱਚੋਂ ਹੋਣਗੇ। ਫਿਰ ਕਈਆਂ ਨੇ ਆਖਿਆ ਸੱਚੇ ਪਾਤਸ਼ਾਹ ਜੇਕਰ ਸਿੰਘ ਦੇ ਦਰਸ਼ਨ ਨਾ ਹੋਏ ਤੇ ਤਾਂ ਮਹਾਰਾਜ ਨੇ ਇੱਥੋਂ ਤੱਕ ਵੀ ਬਚਨ ਕੀਤੇ, ਕਹਿੰਦੇ ਭਾਈ ਆਪ ਜਿਹੜਾ ਤਿਆਰ ਬਰ ਤਿਆਰ ਸਿੰਘ ਹੈ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਕਹਿੰਦੇ ਦੁਮਾਲੇ ਸਜਾਓ, ਬਾਣੀ ਪੜ੍ਹੋ, ਬਾਣੀ ਪੜ੍ਹ ਕੇ ਕਹਿੰਦੇ ਸ਼ੀਸ਼ੇ ਦੇ ਵਿੱਚ ਆਪਣਾ ਹੀ ਮੂੰਹ ਦੇਖ ਲਿਓ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਣਗੇ। ਸੋ ਐਡੀਆਂ ਮਹਾਨ ਕਿਰਪਾਵਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕੀਤੀਆਂ ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਗੁਰੂ ਦੇ ਕੇ ਗਏ ਔਰ ਇੱਥੋਂ ਤੱਕ ਬਚਨ ਕੀਤੇ ਕਿ ਅੱਜ ਤੋਂ ਦੇਹਧਾਰੀ ਕੋਈ ਵੀ ਗੁਰੂ ਨਹੀਂ ਹੋਵੇਗਾ। ਸੋ ਅੱਜ ਤੋਂ ਸ਼ਬਦ ਗੁਰੂ ਹੈ ਤੁਹਾਡਾ। ਜਿਵੇਂ ਉਹਨਾਂ ਨੇ ਆਖਿਆ ਕਿ ਸਰੀਰ ਕਰਕੇ ਗੁਰੂ ਸਾਹਿਬ ਜਿਹੜੇ ਆ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਔਖਾ ਹੋਵੇਗਾ, ਪਰ ਅੱਜ ਲਾ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ, 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਿਲੇ ਹਨ। ਚਾਹੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਇੱਥੇ ਦੇਸ਼ ਵਿੱਚ ਹੋਣ, ਚਾਹੇ ਵਿਦੇਸ਼ ਦੇ ਵਿੱਚ ਹੋਣ, ਕਿਤੇ ਵੀ ਹੋਣ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਗੁਰੂ ਸਾਹਿਬ ਹਰ ਜਗ੍ਹਾ ਹਾਜ਼ਰ ਨਾਜ਼ਰ ਨੇ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਔਰ ਜਿੱਥੇ ਵੀ ਦੇਖੋ ਅੱਜ ਵੀ ਵਿਦੇਸ਼ਾਂ ਵਿੱਚ ਵੀ ਗੁਰੂ ਕੇ ਸਿੱਖ ਬੈਠੇ ਹਨ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ, ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰ ਦੇ ਵਿੱਚ ਲਿਜਾ ਕੇ ਸਹਿਜ ਪਾਠ, ਅਖੰਡ ਪਾਠ, ਸੁਖਮਨੀ ਸਾਹਿਬ ਜੀ ਦੇ ਜਾਪ, ਗੁਰੂ ਸਾਹਿਬ ਜੀ ਦੇ ਰੋਜ਼ ਗੁਰੂ ਕੇ ਸਿੱਖ ਜਿਹੜੇ ਆ ਉਹ ਦਰਸ਼ਨ ਕਰਦੇ ਆ।
ਸੋ ਇਹ ਸਾਨੂੰ ਬਹੁਤ ਹੀ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜੁਗੋ ਜੁਗ ਅਟਲ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਗੁਰੂ ਬਖਸ਼ਿਸ਼ ਕੀਤਾ। ਸੋ ਉਹਦਾ ਜੋ ਅੱਜ ਸਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੀਆਂ, ਸਾਰੀ ਦੁਨੀਆ 'ਚ ਸੱਚੇ ਪਾਤਸ਼ਾਹ ਨੂੰ ਸੁਪਰੀਮ ਕੋਰਟ ਜਾਂ ਦੁਨੀਆ ਦੀਆਂ ਕੋਰਟਾਂ ਦੇ ਵਿੱਚ ਵੀ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਜਾਗਤ ਜੋਤ ਹਾਜ਼ਰਾ ਹਜੂਰ ਗੁਰੂ ਸਾਹਿਬ ਜੀ ਦਾ ਜਿਹੜਾ ਉਹ ਸੰਸਾਰ ਦੀਆਂ ਜਿਹੜੀਆਂ ਅਦਾਲਤਾਂ ਨੇ ਵੀ ਦਰਜਾ ਦਿੱਤਾ। ਔਰ ਅੱਜ ਵੀ ਵੱਡੀਆਂ ਵੱਡੀਆਂ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਜਾਂ ਨਾਸਾ ਵਰਗੀਆਂ ਅਮਰੀਕਾ ਦੇ ਵਿੱਚ ਹਨ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਪ੍ਰਕਾਸ਼ ਕੀਤਾ ਹੋਇਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਹੀ ਸੇਧ ਲੈਂਦੇ ਨੇ। ਅੱਜ ਵੀ ਉਹ ਦੇਖਦੇ ਹਨ ਕਿ ਆਕਾਸ਼ਾਂ ਆਕਾਸ਼ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਸੋ ਇਸੇ ਤਰ੍ਹਾਂ ਬਾਣੀ ਦੇ ਵਿੱਚ ਜੋ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਸਾਰਾ ਕੁਝ ਗੁਰਬਾਣੀ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਸਾਨੂੰ ਉਹ ਲਿਖ ਕੇ ਸਾਨੂੰ ਸਭ ਕੁਝ ਦੇ ਕੇ ਗਏ। ਔਰ ਸਿੱਖਾਂ ਨੇ ਕੋਈ ਵੀ ਕਾਰਜ ਕਰਨਾ ਹੋਵੇ, ਕੋਈ ਖੁਸ਼ੀ ਦਾ ਕਾਰਜ ਕਰਨਾ ਹੋਵੇ ਤਾਂ ਵੀ ਬਾਣੀ ਪੜ੍ਹੀ ਜਾਂਦੀ ਹੈ। ਜੇ ਕੋਈ ਗਮੀ ਦਾ ਕਾਰਜ ਹੋਵੇ, ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਉਹਦੇ ਆਧਾਰ ਵਾਸਤੇ ਉਹਦੀ ਮੁਕਤੀ ਵਾਸਤੇ ਵੀ ਗੁਰਬਾਣੀ ਪੜ੍ਹੀ ਜਾਂਦੀ ਹੈ। ਸੋ ਇਸੇ ਤਰ੍ਹਾਂ ਕੋਈ ਵੀ ਕਾਰਜ ਕਰਨਾ ਹੋਵੇ ਗੁਰਸਿੱਖ ਨੇ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਓਟ ਆਸਰਾ ਲੈਣਾ ਹੈ, ਕਿਉਂਕਿ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। 6 ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦੀ ਬਾਣੀ ਹੈ। ਸੋ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਹੈ ਇਹਦੇ ਵਿੱਚ। ਸੋ ਜਿਹਦੇ ਵਿੱਚ ਨਾਲ ਭੱਟਾਂ ਦੀ ਬਾਣੀ ਹੈ, ਸੋ ਭਗਤਾਂ ਦੀ ਬਾਣੀ ਹੈ ਔਰ 4 ਗੁਰਸਿੱਖਾਂ ਦੀ ਵੀ ਬਾਣੀ ਮਹਾਰਾਜ ਨੇ ਉਹਦੇ ਵਿੱਚ ਦਰਜ ਕੀਤੀ ਹੈ, 4 ਸਿੱਖਾਂ ਦੀ ਬਾਣੀ। ਸੋ ਕੁੱਲ ਮਿਲਾ ਕੇ ਆਮ ਸਾਰੀਆਂ ਸਿੱਖ ਸੰਗਤਾਂ 36 ਮਹਾਂਪੁਰਖਾਂ ਦੀ ਬਾਣੀ ਕਹਿੰਦੇ ਹਨ। ਸੋ ਜਿਹਦੇ ਵਿੱਚ ਮਹਾਰਾਜ ਨੇ ਕਿਸੇ ਜਾਤ ਦਾ ਪਾਤ ਦਾ ਜਿੰਨੇ ਭਗਤ ਸਨ, ਚਾਹੇ ਉਹ ਕੋਈ ਹਿੰਦੂ ਕੁੱਲ ਦੇ ਵਿੱਚੋਂ ਸੀ, ਚਾਹੇ ਉਹ ਕੋਈ ਨੀਵੀਂ ਜਾਤ ਨਾਲ ਸੰਬੰਧ ਰੱਖਦਾ ਸੀ, ਚਾਹੇ ਕਿਸੇ ਵੀ ਕੁੱਲ ਦਾ ਸੀ, ਜਿਹੜਾ ਭਗਤ ਸੀ, ਜਿਹੜਾ ਪਰਮਾਤਮਾ ਦਾ ਨਾਮ ਜਪਦਾ ਸੀ, ਜਿਹੜਾ ਪੂਰਾ ਸੀ, ਉਹਦੀ ਬਾਣੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ। ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਜ ਬਰਾਬਰਤਾ ਹੀ ਦਿੱਤੀ ਹੈ। ਅੱਜ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ ਤੇ ਰਵਿਦਾਸ ਮਹਾਰਾਜ ਨੂੰ ਵੀ ਆਪਾਂ ਨਾਲ ਹੀ ਮੱਥਾ ਟੇਕਦੇ ਹਾਂ। ਇਸੇ ਤਰ੍ਹਾਂ ਆਪਾਂ ਕਬੀਰ ਮਹਾਰਾਜ ਨੂੰ ਵੀ ਨਾਲ ਹੀ ਮੱਥਾ ਟੇਕਦੇ ਹਾਂ। ਜਿੰਨੇ ਵੀ ਭਗਤ ਹਨ ਸਾਰਿਆਂ ਨੂੰ ਆਪਾਂ ਮੱਥਾ ਟੇਕਦੇ ਹਾਂ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਭਨਾਂ ਨੂੰ ਬਰਾਬਰਤਾਈ ਦਾ ਦਰਜਾ ਦਿੱਤਾ। ਏਕ ਪਿਤਾ ਏਕ ਸਕੇ ਹਮ ਬਾਰਿਕ। ਔਰ ਸਾਨੂੰ ਸੰਦੇਸ਼ ਵੀ ਇਹੀ ਦਿੱਤਾ ਸੱਚੇ ਪਾਤਸ਼ਾਹ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਮਹਾਰਾਜ ਨੇ ਕੋਈ ਇੱਥੋਂ ਤੱਕ ਆਖਿਆ ਵੀ ਕੋਈ ਕਿਸੇ ਦੀ ਜਾਤ ਨਹੀਂ। ਮਹਾਰਾਜ ਨੇ ਆਖਿਆ ਮਾਨਸ ਕੀ ਜਾਤ ਸਭੈ ਏਕ ਹੈ ਪਹਿਚਾਨਬੋ। ਔਰ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਬਰਾਬਰਤਾਈ ਦਾ ਦਰਜਾ ਦਿੱਤਾ ਹੈ। ਸਾਰਿਆਂ ਨੂੰ ਮਹਾਰਾਜ ਨੇ ਇੱਕ ਮਾਲਾ ਦੇ ਵਿੱਚ ਪਰੋ ਕੇ ਇਕੱਠੇ ਕਰਕੇ ਬਿਠਾਲਿਆ ਹੈ। ਊਚ ਨੀਚ ਦਾ ਭੇਦ ਭਾਵ ਸਾਰਾ ਕੁਝ ਮਿਟਾਇਆ ਹੈ। 10 ਗੁਰੂਆਂ ਨੇ ਹੀ ਸਾਨੂੰ ਜਿੱਥੇ ਲੰਗਰ ਦੀ ਪ੍ਰਥਾ ਸਾਨੂੰ ਬਰਾਬਰਤਾਈ ਦਾ ਮਾਣ ਦਿੱਤਾ ਹੈ, ਉੱਥੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਮਹਾਰਾਜ ਨੇ ਇਕੱਠਿਆਂ ਰੱਖਿਆ ਹੈ। ਜਿੱਥੇ ਖਾਲਸਾ ਪੰਥ ਹੋਵੇਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਚੱਲੇਗਾ। ਸੋ ਇਸ ਕਰਕੇ ਖਾਲਸਾ ਵੀ ਮਹਾਰਾਜ ਨੇ ਇਸੇ ਤਰ੍ਹਾਂ ਉਹ ਬਰਾਬਰਤਾਈ ਦਾ ਦਰਜਾ ਇਸ ਕਰਕੇ ਦਿੱਤਾ ਹੈ ਕਿ ਖਾਲਸੇ ਦਾ ਹਮੇਸ਼ਾ ਸਾਰੀ ਦੁਨੀਆ ਰਹਿੰਦੀ ਦੁਨੀਆ ਤੱਕ ਖਾਲਸੇ ਦਾ ਕਦੇ ਮਰਨ ਦਿਨ ਨਹੀਂ ਮਨਾਇਆ ਜਾਵੇਗਾ। ਹਮੇਸ਼ਾ ਖਾਲਸੇ ਦਾ ਜਨਮ ਦਿਨ, ਪ੍ਰਗਟ ਦਿਨ, ਖਾਲਸੇ ਦਾ ਸਾਜਨਾ ਦਿਨ ਹਮੇਸ਼ਾ ਖਾਲਸੇ ਦਾ ਮਨਾਇਆ ਜਾਂਦਾ ਰਹੇਗਾ। ਸੋ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਸਾਰਿਆਂ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਸਾਰੀਆਂ ਹੀ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦਾ ਮਨਾ ਰਹੀਆਂ ਨੇ। ਔਰ ਗੁਰੂ ਸਾਹਿਬ ਜੀ ਦੀ ਜੋ ਸਾਨੂੰ ਸਿੱਖਿਆ ਹੈ, ਉਪਦੇਸ਼ ਹੈ, ਉਹ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਹੈ। ਮਹਾਰਾਜ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਹਰੇਕ ਦੇ ਨਾਲ ਬਰਾਬਰਤਾਈ ਦਾ ਦਰਜਾ ਰੱਖੋ, ਹਰੇਕ ਦੇ ਨਾਲ ਪਿਆਰ ਕਰੋ, ਹਰੇਕ ਨੂੰ ਆਪਣੀ ਗਲਵੱਕੜੀ 'ਚ ਲੈ ਕੇ ਚੱਲੋ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ। ਸੱਚੇ ਪਾਤਸ਼ਾਹ ਨੇ ਪਿਆਰ ਵੰਡਿਆ ਹੈ, ਪ੍ਰੇਮ ਵੰਡਿਆ ਹੈ। ਅੱਜ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਔਰ ਜੋ ਸਾਨੂੰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਿੱਖਿਆਵਾਂ ਸੇਧਾਂ ਦਿੱਤੀਆਂ ਹਨ ਉਹਦੇ ਮੁਤਾਬਕ ਜੇਕਰ ਅਸੀਂ ਚੱਲਾਂਗੇ ਤਾਂ ਸਾਡਾ ਜੀਵਨ ਸਫਲਾ ਹੋਵੇਗਾ, ਸਾਡਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋਵੇਗਾ। ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੋੜ ਕੇ ਗਏ ਨੇ
ਕਹਿ ਕੇ ਗਏ ਨੇ ਕਿ ਇਹੀ ਤੁਹਾਡੇ ਗੁਰੂ ਨੇ। ਪਰ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਅੱਜ ਵੀ ਜਿਹੜਾ ਮਨੁੱਖ ਆ ਉਹ ਮਨੁੱਖੀ ਜਿਹੜੇ ਦੇਹਧਾਰੀ ਗੁਰੂ ਆ ਉਹਨਾਂ ਵਿੱਚ ਜ਼ਿਆਦਾ ਜਾ ਰਿਹਾ, ਕੱਸਦਾ ਜਾ ਰਿਹਾ। ਇਹ ਕੀ ਕਹਿਣਾ ਚਾਹੁੰਦੇ ਨੇ? ਦੇਖੋ, ਜਿੱਥੇ ਅਸਲ ਦੀ ਗੱਲ ਹੁੰਦੀ ਹੈ, ਜਿਹੜੀ ਵੀ ਮਹਿੰਗੀ ਚੀਜ਼ ਹੁੰਦੀ ਹੈ ਉਹਦੀ ਨਕਲ ਜ਼ਰੂਰ ਬਣਦੀ ਹੈ। ਜਿਵੇਂ ਆਪਾਂ ਕਹਿ ਲਈਏ ਕਿ ਸੋਨਾ ਹੈ, ਉਸ ਕਰਕੇ ਸੋਨੇ ਦੀ ਨਕਲ ਵੀ ਤਿਆਰ ਨਾਲ ਦੀ ਨਾਲ ਹੀ ਹੋ ਜਾਂਦੀ ਹੈ। ਜਿੱਦਾਂ ਆਪਾਂ ਦੇਖਿਆ ਕਿ ਆ ਨੋਟਬੰਦੀ ਦੇ ਵਿੱਚ ਨੋਟ ਜਿਹੜੇ ਉਹ ਅਸਲੀ ਦੇ ਬਾਅਦ ਦੇ ਵਿੱਚ ਚੱਲਦੇ ਅਤੇ ਨਕਲੀ ਪਹਿਲਾਂ ਬਾਜ਼ਾਰ 'ਚ ਆ ਜਾਂਦੇ ਆ। ਇਸੇ ਤਰ੍ਹਾਂ ਇਹ ਹੁਣ ਦੀ ਗੱਲ ਨਹੀਂ ਹੈ, ਪਹਿਲਾਂ ਤੋਂ ਜਦੋਂ ਮੱਖਣ ਸ਼ਾਹ ਲਵਾਣੇ ਨੇ ਵੀ ਅਰਦਾਸ ਬੇਨਤੀ ਕੀਤੀ ਸੀ ਅਤੇ 9ਵੇਂ ਪਾਤਸ਼ਾਹ ਨੂੰ ਜਦੋਂ ਪ੍ਰਗਟ ਕਰਨ ਵਾਸਤੇ ਉਹ ਬਾਬੇ ਬਕਾਲੇ ਦੀ ਧਰਤੀ 'ਤੇ ਪਹੁੰਚਿਆ ਸੀ, ਉਸ ਵੇਲੇ ਵੀ 22 ਗੁਰੂ ਜਿਹੜੇ ਉਹ ਮੰਜੀਆਂ ਡਾਹ ਕੇ ਨਕਲੀ ਗੁਰੂ ਬਣ ਕੇ ਬੈਠੇ ਸਨ। ਸੋ ਅੱਜ ਵੀ ਭਾਵੇਂ ਚਾਹੇ ਕੋਈ ਸਿਰਸੇ ਵਾਲਾ ਹੈ, ਚਾਹੇ ਕੋਈ ਪਨਿਆਰੇ ਵਾਲਾ ਹੈ, ਚਾਹੇ ਕੋਈ ਨੂਰ ਮਹਿਲੀਆ ਹੈ, ਜਾਂ ਹੋਰ ਜਿਹੜੇ ਆਪਣੇ ਆਪ ਦੇ ਵਿੱਚ ਨਕਲੀ ਗੁਰੂ ਡੰਮ ਬਣਾ ਕੇ ਬੈਠੇ ਹਨ, ਉਹ ਓਟ ਆਸਰਾ ਲੈਂਦੇ ਹਨ, ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਸਾਡੇ ਲੋਕਾਂ ਦਾ ਇਹ ਸੁਭਾਅ ਬਣ ਚੁੱਕਾ ਹੈ, ਜਿੱਥੇ ਕੋਈ ਸਸਤੀ ਚੀਜ਼ ਮਿਲਦੀ ਹੋਵੇ ਉੱਥੇ ਸਾਰੇ ਜਾਂਦੇ ਹਨ। ਲੋਕਾਂ ਦੇ ਮਨ ਦੇ ਵਿੱਚ ਹੈ ਕਿ ਸਿੱਖ ਧਰਮ ਅਪਣਾਉਣਾ ਬੜਾ ਔਖਾ ਹੈ। ਅੱਜ ਵੀ ਜੇ ਕਿਸੇ ਨਾਲ ਆਪਾਂ ਗੱਲ ਕਰੀਏ ਕਿ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਤਾਂ ਪਹਿਲਾਂ ਇਹੀ ਗੱਲ ਹੋਵੇਗੀ, ਨਹੀਂ ਸਾਡੇ ਕੋਲ ਇਹ ਨਿਯਮ, ਸਾਡੇ ਕੋਲ ਮਰਜ਼ਾਦਾ, ਸਾਡੇ ਕੋਲ ਸਿੱਖੀ ਦੇ ਅਸੂਲ, ਇਹ ਸਾਡੇ ਕੋਲ ਰੱਖੇ ਨਹੀਂ ਜਾਣੇ। ਆਮ ਲੋਕਾਂ ਦੀ ਇਹ ਗੱਲ ਹੈ। ਸੋ ਜਿਹੜੀ ਗੁਰਬਾਣੀ ਹੈ ਅਸਲੀ, ਮਹਾਰਾਜ ਨੇ ਬਾਣੀ 'ਚ ਲਿਖਿਆ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਜਿਹੜਾ ਹਮੇਸ਼ਾ ਸੱਚੀ ਗੱਲ ਹੀ ਸਾਰੇ ਪਾਸੇ ਚੱਲਣੀ ਹੈ। ਜਿਹੜੇ ਯੋਰੀ ਹੁੰਦੇ ਹਨ ਉਹ ਅਸਲ ਦੀ ਔਰ ਨਕਲ ਦੀ ਜਿਹੜੀ ਉਹ ਪਰਖ ਕਰਦੇ ਹਨ। ਅੱਜ ਸਾਨੂੰ ਲੋੜ ਹੈ, ਮਹਾਰਾਜ ਨੇ ਸਾਨੂੰ ਸੋਝੀ ਦਿਮਾਗ ਦਿੱਤਾ ਹੈ। ਅਸਲੀ ਗੁਰੂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਮਗਰ ਅਤੇ ਬਾਣੀ ਦੇ ਮਗਰ ਲੱਗਣਾ ਚਾਹੀਦਾ ਹੈ। ਜਿਹੜੇ ਨਕਲੀ ਗੁਰੂ ਬਣ ਕੇ ਬੈਠੇ ਹਨ, ਇਹਨਾਂ ਨੂੰ ਦਰਗਾਹ ਦੇ ਵਿੱਚ ਵੀ ਲੇਖਾ ਦੇਣਾ ਪਵੇਗਾ, ਇੱਥੇ ਵੀ ਇਹਨਾਂ ਨੂੰ ਲੇਖਾ ਦੇਣਾ ਪਵੇਗਾ। ਇੱਥੇ ਵੀ ਇਹਨਾਂ ਦਾ ਇਕੱਲੇ ਇਕੱਲੇ ਦਾ ਹਿਸਾਬ ਹੋਣਾ ਹੈ, ਉੱਤੇ ਵੀ ਇਕੱਲੇ ਇਕੱਲੇ ਦਾ ਹਿਸਾਬ ਹੋਣਾ ਹੈ। ਸੰਗਤਾਂ ਨੂੰ ਹੁਣ ਤੇ ਦੇਖੋ, ਸਾਰੀ ਸੰਗਤ ਕੋਈ ਦੁਨੀਆ ਚੰਦ 'ਤੇ ਪਹੁੰਚ ਗਈ ਹੈ, ਕੋਈ ਕਿਤੇ ਕਿਤੇ ਤੱਕ ਸਾਇੰਸਦਾਨ ਵੱਡੇ ਉਡਾਰੀਆਂ ਮਾਰਦੇ ਹਨ। ਔਰ ਸਾਨੂੰ ਅੱਜ ਸੋਝੀ ਹੋਣੀ ਚਾਹੀਦੀ ਹੈ ਕਿ ਜਿਹੜਾ ਅਸਲੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਔਰ ਗੁਰਬਾਣੀ ਦੇ ਆਪਾਂ ਲੜ ਲਾ ਕੇ ਆਪਣਾ ਜੀਵਨ ਜੀਣਾ ਹੈ। ਧਰਮ ਦੇ ਵਿੱਚ ਰਹਿ ਕੇ, ਧਰਮ ਕੋਈ ਮਾੜਾ ਨਹੀਂ ਹੁੰਦਾ, ਸਾਰੇ ਧਰਮ ਚੰਗੇ ਹਨ, ਪਰ ਆਪਣੇ ਧਰਮ ਦੇ ਵਿੱਚ ਪੱਕਾ ਰਹਿਣ ਦੀ ਹਦਾਇਤ ਜਿਹੜੀ ਆ ਉਹ ਗੁਰੂ ਸਾਹਿਬ ਨੇ ਕੀਤੀ ਹੈ। ਜਿਵੇਂ ਗੁਰੂ ਸਾਹਿਬ ਜੀ ਨੂੰ ਵੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੂੰ ਵੀ ਕਾਜ਼ੀਆਂ ਨੇ ਆਖਿਆ ਸੀ ਕਿ ਤੁਸੀਂ ਸਾਡੇ ਨਾਲ ਚਲੋ, ਨਵਾਜ਼ ਪੜ੍ਹੋ, ਅਤੇ ਮਹਾਰਾਜ ਕਹਿੰਦੇ ਚਲੋ ਮੈਂ ਪੜ੍ਹਨ ਲਈ ਤਿਆਰ ਹਾਂ। ਜਦੋਂ ਗਏ ਜਾ ਕੇ ਅਤੇ ਉੱਥੇ ਦੇਖਿਆ ਕਾਜ਼ੀ ਹੋਰ ਪਾਸੇ ਤੁਰਿਆ ਫਿਰੇ, ਸੋ ਮਲਾਣੇ ਹੋਰ ਪਾਸੇ ਤੁਰੇ ਫਿਰਨ। ਮਹਾਰਾਜ ਨੇ ਦੱਸਿਆ ਕਿ ਤੁਸੀਂ ਤਾਂ ਮਨ ਕਰਕੇ ਇੱਥੇ ਹਾਜ਼ਰ ਹੀ ਨਹੀਂ ਸੀ, ਸੋ ਇਸ ਕਰਕੇ ਤੁਹਾਡੀ ਕੋਈ ਭਾਵਨਾ ਨਹੀਂ ਹੈ। ਸੋ ਸਾਨੂੰ ਜਿਹੜੀ ਹੈ ਨਕਲੀ ਗੁਰੂਆਂ ਤੋਂ, ਨਕਲੀ ਗੁਰੂ ਡੰਮ ਤੋਂ ਸਾਨੂੰ ਜਿਹੜਾ ਉਹ ਬਚਣਾ ਚਾਹੀਦਾ ਹੈ, ਸੁਚੇਤ ਹੋਣਾ ਚਾਹੀਦਾ ਹੈ। ਪਰ ਅਖੀਰ ਦੇ ਵਿੱਚ ਜਿਹੜੀ ਜਿਵੇਂ ਸੱਚ ਦੀ ਜਿੱਤ ਹੁੰਦੀ ਹੈ, ਅਖੀਰ ਦੇ ਵਿੱਚ ਜਿਹੜਾ ਸੱਚਾਈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੇ ਉਹ ਸਦਾ ਹੀ ਸਦੀਵ ਕਾਲ ਰਹਿਣਾ ਹੈ। ਇਹ ਗੁਰੂਆਂ ਦੀ ਭਾਵੇਂ ਜਿੰਨੇ ਜਾਣੇ ਮਰਜ਼ੀ ਨਕਲ ਕਰਦੇ ਹਨ, ਪਰ ਲੇਕਿਨ ਇਹਨਾਂ ਦਾ ਭਾਂਡਾ ਕੱਚਾ ਇੱਥੇ ਹੀ ਭੱਜ ਜਾਂਦਾ। ਇਹਨਾਂ 'ਤੇ ਫਿਰ ਕੇਸ ਚੱਲਦੇ ਹਨ, ਇਹਨਾਂ ਦੇ ਰੇਪਾਂ ਦੇ ਕੇਸ ਸਾਹਮਣੇ ਆਉਂਦੇ ਹਨ। ਸਾਰਿਆਂ ਨੂੰ ਪਤਾ ਹੈ ਜੋ ਕੁਝ ਹੋ ਰਿਹਾ ਹੈ। ਸਾਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ। ਬਾਬਾ ਜੀ, ਜਿਵੇਂ ਹੁਣ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਚਾਹੇ ਬਾਈਬਲ ਗੱਲਾਂ ਦੀ ਖਾਣ ਦੀ ਗੱਲ ਹੋਵੇ ਜਾਂ ਆਮ ਅਸੀਂ ਆਮ ਪੜ੍ਹਦੇ ਹਾਂ ਕਿ ਵੀ ਗੁਰਦੁਆਰਾ ਵਿੱਚ ਗੁਰੂ ਸਾਹਿਬ ਦੇ ਉੱਤੇ ਉਹਦੀ ਬੇਅਦਬੀ ਕੀਤੀ ਗਈ ਹੈ, ਪਰ ਇਹੋ ਜਿਹੇ ਦੁਸ਼ਟਾਂ ਨੂੰ ਅਜੇ ਤੱਕ ਇੱਦਾਂ ਦਾ ਕਾਨੂੰਨ ਕਿਉਂ ਨਹੀਂ ਬਣਿਆ ਜਿਹਦਾ ਗੁਰੂ ਸਾਹਿਬ ਦੀ ਬੇਅਦਬੀ ਕਰਦੇ ਉਹਨਾਂ ਨੂੰ ਕੋਈ ਸਖਤ ਕਾਨੂੰਨ ਜਿਹੜੇ ਬਣਾ ਕੇ ਸਜ਼ਾ ਦਿੱਤੀ ਜਾਵੇ? ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਆਪਾਂ ਬੇਅਦਬੀ ਦੀ ਸਾਰੇ ਜਾਣੇ ਗੱਲ ਕਰਦੇ ਹਾਂ, ਜਦੋਂ ਅਸੀਂ ਕਿਸੇ ਮਹਾਂਪੁਰਖ ਦੇ ਨਾਲ ਗੱਲ ਕਰੀਏ ਤਾਂ ਉਹ ਅੱਗੋਂ ਸਾਨੂੰ ਇਹ ਸਮਝਾਉਂਦੇ ਹਨ ਕਿ ਜਿਹੜਾ ਗੁਰੂ ਹੈ ਉਹਨੂੰ ਨਾ ਕੋਈ ਖਤਮ ਕਰ ਸਕਦਾ, ਕੋਈ ਕਾਗਜ਼ ਨੂੰ ਖਤਮ ਕਰ ਲਏਗਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੋਈ ਬੇਅਦਬੀ ਕਰ ਲਵੇਗਾ। ਪਰ ਲੇਕਿਨ ਗੁਰੂ ਸਾਹਿਬ ਦੀ ਕੋਈ ਬੇਅਦਬੀ ਅਸਲ ਦੇ ਵਿੱਚ ਕੋਈ ਕਰ ਨਹੀਂ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਬਾਣੀ ਦੇ ਜਾਂ ਸ਼ਬਦ ਦੇ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਸਾਡੇ ਕੋਲ ਹਨ। ਸੋ ਜਿਹੜੀਆਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅੱਜ ਬੇਅਦਬੀਆਂ ਹੋ ਰਹੀਆਂ, ਇਹ ਜਾਣ ਬੁੱਝ ਕੇ ਸਰਕਾਰਾਂ ਦੀਆਂ ਏਜੰਸੀਆਂ ਉਹ ਕਰਵਾ ਰਹੀਆਂ ਨੇ। ਉਹ ਸਿੱਖਾਂ ਨੂੰ ਉਹ ਦੇਖਦੇ ਹਨ ਕਿ ਸਿੱਖਾਂ ਦੀ ਜਿਹੜੀ ਦੁੱਖ ਦੀ ਰਗ ਹੈ ਉਹਦੇ 'ਤੇ ਹੱਥ ਪਾਉਣਾ। ਸਿੱਖੀ ਨੂੰ ਇਹਨਾਂ ਨੇ ਖਤਮ ਕਰਨ ਵਾਸਤੇ ਸਿੱਖਾਂ ਦੇ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਦੇਖ ਲਿਆ, ਸਿੱਖਾਂ ਨੂੰ ਮਾਰ ਕੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਪਾ ਕੇ ਇਹਨਾਂ ਨੇ ਸਿੱਖੀ ਨੂੰ ਖਤਮ ਕਰਨਾ ਚਾਹਿਆ। ਪਰ ਲੇਕਿਨ ਸਿੱਖੀ ਇਹਨਾਂ ਦੇ ਕੋਲ ਕਿਸੇ ਕੋਲੋਂ ਖਤਮ ਨਹੀਂ ਹੋ ਸਕੀ। ਵੱਡੇ ਵੱਡੇ ਤੁਸੀਂ ਸਾਰੇ ਇਤਿਹਾਸ ਨੂੰ ਜਾਣਦੇ ਹੋ ਕਿ ਕਿਵੇਂ ਪਿਛਲੇ ਸਮਿਆਂ ਦੇ ਵਿੱਚ ਵੱਡੇ ਵੱਡੇ ਜ਼ਕਰੀਆ ਖਾਨ ਵਰਗੇ
ਹੋਰ ਇੱਥੇ ਜਿੰਨੇ ਵੱਡੇ ਵੱਡੇ ਅਬਦਾਲੀ ਵਰਗੇ ਚੜ੍ਹ ਕੇ ਆਏ, ਉਹਨਾਂ ਨੇ ਸਿੱਖੀ ਨੂੰ ਖਤਮ ਕਰਨਾ ਚਾਹਿਆ, ਪਰ ਸਿੱਖੀ ਖਤਮ ਨਹੀਂ ਹੋ ਸਕੀ। ਉਹਨਾਂ ਨੇ ਮਾਰ ਕੇ ਸਾਨੂੰ ਸ਼ਹੀਦ ਕਰ ਕਰਕੇ, ਬੱਚਿਆਂ ਦੇ ਟੁਕੜੇ ਕਰ ਕਰਕੇ ਦੇਖ ਲਿਆ। ਜਦੋਂ ਉਹਨਾਂ ਦੀ ਹੁਣ ਬੱਸ ਨਹੀਂ ਚੱਲੀ, ਹੁਣ ਦੇ ਵੀ ਭਾਵੇਂ ਹਿੰਦੂ ਰਾਜੇ ਆ, ਭਾਵੇਂ ਕੋਈ ਵੀ ਨੇ, ਉਹ ਵੀ ਸਾਡੀ ਦੁੱਖ ਦੀ ਰਾਗ ਦੇ ਉੱਤੇ ਉਹਨਾਂ ਨੂੰ ਪਤਾ ਵੀ ਜਿਹੜਾ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ ਮਰ ਮਿਟਦਾ, ਉਹਦੀ ਭਾਵਨਾ ਸ਼ਰਧਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈ। ਸੋ ਇਸ ਕਰਕੇ ਉਹਨਾਂ ਨੇ ਇਹ ਸਕੀਮ ਬਣਾਈ ਆ ਕਿ ਹੁਣ ਸਿੱਖਾਂ ਦੀ ਦੁੱਖ ਦੀ ਰਾਗ ਦੇ ਉੱਤੇ ਹੱਥ ਰੱਖੋ, ਤਾਂ ਕਿ ਅੱਜ ਆਪਾਂ ਦੇਖਦੇ ਹਾਂ ਅੱਜ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਸਰਕਾਰ ਨੂੰ ਮਿੰਟ ਮਿੰਟ ਦਾ ਪਤਾ ਹੁੰਦਾ ਹੈ ਵੀ ਕੀ ਕੁਝ ਹੋ ਰਿਹਾ। ਸਰਕਾਰ ਦੀਆਂ ਐਡੀਆਂ ਏਜੰਸੀਆਂ ਨੇ ਤੇਜ਼, ਸਭ ਕੁਝ ਸਰਕਾਰ ਨੂੰ ਪਤਾ ਹੁੰਦਾ, ਪਰ ਲੇਕਿਨ ਫਿਰ ਵੀ ਆਪਾਂ ਦੇਖਦੇ ਹਾਂ ਕਿ ਉਹ ਜਿਹੜੇ ਸਰਕਾਰੀ ਬੰਦੇ ਆਉਂਦੇ ਨੇ ਜਾਂ ਮੌਕੇ ਦੇ ਉੱਤੇ ਜਿਹੜੇ ਫੜੇ ਜਾਂਦੇ ਨੇ, ਉਹਨਾਂ ਨੂੰ ਕੋਈ ਯੋਗ ਸਜ਼ਾ ਨਹੀਂ ਮਿਲਦੀ। ਉਹਨਾਂ ਨੂੰ ਕੋਈ ਇਹੋ ਜਿਹੀ ਉਹਨੂੰ ਜਿਹੜਾ ਵੀ ਬੇਅਦਬੀ ਕਰਦਾ ਮੌਕੇ 'ਤੇ ਫੜਿਆ ਜਾਂਦਾ। ਗੁਰਬਾਣੀ ਦਾ ਤਾਂ ਜਿਹੜਾ ਦੇਖੋ ਮਰਜ਼ਾਦਾ ਦੇ ਮੁਤਾਬਕ ਤਾਂ ਲਿਖਿਆ ਹੈ ਵੀ ਗੁਰ ਕੀ ਨਿੰਦਾ ਸੁਣੇ ਨਾ ਕਾਨ, ਤਿਸ ਕੋ ਭੇਟ ਕਰੇ ਕਿਰਪਾਨ। ਜਿਹੜਾ ਸਾਡੀ ਸਿੱਖਾਂ ਦੀ ਰਵਾਇਤ ਦੇ ਮੁਤਾਬਕ ਤਾਂ ਹੈਗਾ, ਉਹਨੂੰ ਨਾਲ ਦੀ ਨਾਲ ਹੀ ਸੋਧਾ ਲਾਉਣਾ ਚਾਹੀਦਾ। ਪਰ ਜਦੋਂ ਅਸੀਂ ਦੁਨਿਆਵੀ ਕਾਨੂੰਨ ਦੇ ਵਿੱਚ ਉਹਨੂੰ ਫੜਾਉਂਦੇ ਹਾਂ ਜਾਂ ਅਸੀਂ ਪੁਲਿਸਾਂ ਦੇ ਕੋਲ ਉਹਨਾਂ ਨੂੰ ਫੜਾਉਂਦੇ ਹਾਂ, ਅਤੇ ਫਿਰ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਫੜ ਕੇ ਜਦੋਂ ਉਹਦੀ ਪੁੱਛਗਿੱਛ ਕਰਦੀਆਂ, ਡਰਾਮਾ ਕਰਦੀਆਂ, ਫਿਰ ਉਹਨੂੰ ਮੈਂਟਲ ਘੋਸ਼ਿਤ ਕਰ ਦਿੰਦੀਆਂ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਬੰਦਾ ਸੀ ਜਾਂ ਇਹਦਾ ਦਿਮਾਗੀ ਤੌਰ ਦੇ ਉੱਤੇ ਇਹ ਸ਼ੁਦਾਈ ਹੈ। ਸੋ ਇਹੋ ਜਿਹਾ ਕਰਕੇ ਉਹਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦੀਆਂ। ਪਿਛਲੇ ਸਮੇਂ 'ਚ ਵੀ ਜਿਹੜਾ ਮੌਕੇ 'ਤੇ ਫੜਿਆ ਗਿਆ, ਉਹ ਵੀ ਆਪ ਆਪਣੇ ਮੂੰਹੋਂ ਕਹਿੰਦਾ ਰਿਹਾ ਕਿ ਮੈਨੂੰ ਪੁਲਿਸ ਦੇ ਹਵਾਲੇ ਕਰ ਦਿਓ ਤਾਂ ਕਿ ਮੇਰਾ ਬਚਾਅ ਹੋ ਜਾਵੇ। ਪਰ ਚਾਹੀਦਾ ਹੈ ਕਿ ਹੁਣ ਸਮੇਂ ਦੇ ਮੁਤਾਬਕ ਜਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੋ ਜਥੇਦਾਰ ਹੈ, ਉਹ ਇੱਕ ਇਹੋ ਜਿਹੀ ਕਮੇਟੀ ਬਣਾਵੇ ਕਿ ਜਿਹੜਾ ਵੀ ਬੰਦਾ ਬੇਅਦਬੀ ਕਰਦਾ ਉਹਦੇ ਕੋਲੋਂ ਬਰੀਕੀ ਦੇ ਨਾਲ ਇਹ ਪੁੱਛਿਆ ਜਾਵੇ ਕਿ ਤੇਰੇ ਕੋਲੋਂ ਕੌਣ ਕਰਵਾ ਰਿਹਾ ਹੈ ਸਭ ਕੁਝ, ਤੇਰੇ ਪਿੱਛੇ ਕੌਣ ਕੌਣ ਹੈ, ਕਿਹੜਾ ਦਿਮਾਗ ਤੇਰੇ ਮਗਰ, ਕਿਹੜੀ ਸੋਚ ਕੰਮ ਕਰਦੀ ਹੈ, ਅਤੇ ਤੈਨੂੰ ਕਿਹਨੇ ਭੇਜਿਆ ਹੈ। ਇਹ ਸਾਰਾ ਕੁਝ ਸੰਗਤਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਪਰ ਅੱਜ ਦੇਖਦੇ ਹਾਂ ਆਪਾਂ, ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦਾ ਯਤਨ ਕਰਦਾ, ਉਹਦੇ ਉੱਤੇ ਉਲਟੇ ਕੇਸ ਪਾਏ ਜਾਂਦੇ ਆ। ਉਹਦਾ ਤੇ ਉੱਤੇ ਅੱਜ ਆ ਜਿਹੜੀਆਂ ਨਵੀਆਂ ਧਾਰਾਂ, ਦੇਸ਼ ਵਿਰੋਧੀ ਕਾਨੂੰਨ ਚੱਲੇ ਆ, ਅਨਲਾਫੁਲ ਐਕਟੀਵਿਟੀ, ਸੋ ਇਹੋ ਜਿਹੀਆਂ ਧਾਰਾਵਾਂ ਲਾ ਕੇ ਉਹਨਾਂ ਦੇ ਉੱਤੇ ਕੇਸ ਦਰਜ ਕਰ ਦਿੱਤੇ ਜਾਂਦੇ ਆ। ਇਸ ਕਰਕੇ ਜਿਹੜੇ ਸਾਡੇ ਸਿੱਖ ਨੌਜਵਾਨ ਆ, ਉਹਨਾਂ ਨੂੰ ਆਪਣੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਜਾਣਾ ਪੈਂਦਾ। ਪਹਿਲਾਂ ਹੀ ਜਿਹੜੇ ਸਿੰਘ ਫੜੇ ਹੋਏ ਆ, ਉਹਨਾਂ ਦੀਆਂ ਪਹਿਲਾਂ ਹੀ ਕੋਈ ਉਹਨਾਂ ਨੂੰ ਰਿਹਾ ਨਹੀਂ ਕਰ ਰਿਹਾ। ਸੋ ਜਿਹੜੇ ਨਵੇਂ ਬੱਚੇ ਆ, ਉਹ ਵੀ ਕੇਸ ਪੈਣ ਦੇ ਡਰੋਂ ਅੱਗੇ ਇਸ ਕਰਕੇ ਨਹੀਂ ਆਉਂਦੇ, ਉਹਨਾਂ ਨੂੰ ਪਤਾ ਹੋਣਾ ਤੇ ਕੁਝ ਨਹੀਂ, ਉਹਨਾਂ ਨੂੰ ਕਿਸੇ ਨੇ ਸਜ਼ਾ ਨਹੀਂ ਦੇਣੀ। ਇਹੋ ਜਿਹੀ ਉਹਨਾਂ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਆ ਕਿ ਕੋਈ ਜਾਣਾ ਆਉਣ ਵਾਲੇ ਸਮੇਂ 'ਚ ਜੁਰਤ ਹੀ ਨਾ ਕਰ ਸਕੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀਏ। ਸੋ ਆ ਜਿਹੜੀਆਂ ਛੋਟੀਆਂ 95 ਧਾਰਾ ਇਹ ਲਾ ਦਿੰਦੇ ਆ, ਇਹਨਾਂ ਦੀਆਂ ਤਾਂ ਥਾਣਿਆਂ ਦੇ ਵਿੱਚ ਹੀ ਜ਼ਮਾਨਤਾਂ ਹੋ ਜਾਂਦੀਆਂ, ਅਗਲੇ ਥੋੜ੍ਹੀ ਦੇਰ ਬਾਅਦ ਬੇਅਦਬੀ ਕਰਨ ਵਾਲਾ ਬਾਹਰ ਘੁੰਮਦਾ। ਸੋ ਇਹਦੇ ਨਾਲ ਗੱਲ ਨਹੀਂ ਬਣਨੀ। ਜਿੰਨੀ ਦੇਰ ਤੱਕ ਆਪਾਂ ਮਿਸਾਲੀ ਸਜ਼ਾ ਨਹੀਂ ਉਹਨੂੰ ਦਿੰਦੇ, ਉਨੀ ਦੇਰ ਤੱਕ ਇਹ ਬੇਅਦਬੀਆਂ ਨਹੀਂ ਰੁਕਣੀਆਂ। ਇਹ ਸਾਨੂੰ ਖਾਲਸੇ ਪੰਥ ਨੂੰ, ਸਿੰਘਾਂ ਨੂੰ, ਫੌਜਾਂ ਨੂੰ ਸੁਚੇਤ ਹੋਣਾ ਪਵੇਗਾ ਕਿ ਸਾਡਾ ਹੀ ਫਰਜ਼ ਬਣਦਾ ਹੈ। ਹੁਣ ਜਦੋਂ ਗੁਰੂ ਘਰ ਆਪਾਂ ਬਣਾ ਲਏ, ਆਪਾਂ ਆਪਣੇ ਘਰ ਦੀ ਰਾਖੀ ਵਾਸਤੇ ਕੋਈ ਵੀ ਜਾਣਾ, ਜਦੋਂ ਕੋਈ ਸਮਾਗਮ ਹੁੰਦਾ ਹੈ ਜਾਂ ਕੋਈ ਆਪਾਂ ਪ੍ਰੋਗਰਾਮ ਦੇ ਵਿੱਚ ਜਾਂਦੇ ਹਾਂ, ਉਦੋਂ ਆਪਣੇ ਘਰ ਦੇ ਵਿੱਚ ਇੱਕ ਬਜ਼ੁਰਗ ਨੂੰ ਰਾਖੀ ਵਾਸਤੇ ਛੱਡ ਕੇ ਜਾਂਦੇ ਹਾਂ ਕਿ ਘਰੋਂ ਮਗਰੋਂ ਕੋਈ ਸਮਾਨ ਸਾਡੇ ਭਾਂਡੇ ਨਾ ਚੁੱਕ ਕੇ ਲੈ ਜਾਵੇ। ਇੱਕ ਜਣੇ ਨੂੰ ਆਪਾਂ ਘਰ 'ਚ ਹਾਜ਼ਰ ਰੱਖਦੇ ਹਾਂ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ ਸਾਡਾ ਫਰਜ਼ ਬਣਦਾ ਹੈ, ਜਿੱਥੇ ਜਿੱਥੇ ਵੀ ਗੁਰਦੁਆਰੇ ਬਣੇ ਨੇ, ਉਹ ਗੁਰਦੁਆਰਿਆਂ ਦੇ ਵਿੱਚ ਕੋਈ ਸਵੇਰੇ ਜਾਂ ਸ਼ਾਮ ਜਿਹੜਾ ਉਹ ਪੱਕੇ ਪਹਿਰੇਦਾਰ ਜਿਹੜੇ ਆ ਉੱਥੇ ਸੇਵਾਦਾਰ ਹੋਣੇ ਚਾਹੀਦੇ ਆ, ਤਾਂ ਕਿ ਜਿਹੜੀ ਉਹ ਸੇਵਾਦਾਰੀ ਧਿਆਨ ਦੇ ਨਾਲ ਕਰਨ। ਰਖਵਾਲੀ ਤੇ ਗੁਰੂ ਸਾਹਿਬ ਨੇ ਆਪ ਹੀ ਕਰਨੀ ਹੈ ਆਪਣੀ, ਪਰ ਫਿਰ ਵੀ ਪਹਿਰੇਦਾਰੀ, ਸੇਵਾਦਾਰੀ ਜਿਹੜੀ ਆ ਉਹ ਸਾਨੂੰ ਉਹ ਧਿਆਨ ਦੇ ਨਾਲ ਜ਼ਰੂਰ ਕਰਨੀ ਚਾਹੀਦੀ ਆ। ਉਨੀ ਦੇਰ ਤੱਕ ਗੱਲ ਨਹੀਂ ਬਣਨੀ। ਜਿਵੇਂ ਤੁਸੀਂ ਪਹਿਰੇਦਾਰ ਦੀ ਗੱਲ ਕੀਤੀ ਹੈ, ਅਤੇ ਹੁਣ ਥੋੜ੍ਹੇ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਇੱਕ ਬੜਾ ਵਿਵਾਦ ਹੋਇਆ ਸੀ 328 ਸਰੂਪਾਂ ਨੂੰ ਲੈ ਕੇ, ਜਿਹੜਾ ਉਹਨਾਂ ਦੀ ਬੇਅਦਬੀ ਦੀ ਲੈ ਕੇ ਜਿਹੜੀ ਕਾਂਡ ਹੋਇਆ ਸੀਗਾ, ਜਿਹਦੇ 'ਚ ਟਕਸਾਲੀਆਂ ਦੇ ਔਰ ਸਤਿਕਾਰ ਕਮੇਟੀ ਦੇ ਵਿਚਕਾਰ ਅਤੇ ਸ਼੍ਰੋਮਣੀ ਕਮੇਟੀ ਦੇ ਵਿਚਕਾਰ ਇੱਕ ਆਪਸੀ ਦੇਖਿਆ ਤਕਰਾਰ ਵੱਡਾ ਬਣਿਆ ਸੀ। ਕਾਫੀ ਕਹਿ ਸਕਦੇ ਹਾਂ ਕਿ ਬੜਾ ਦੇਖਣ ਨੂੰ ਵੀ ਬੜਾ ਲੱਗਦਾ ਸੀ ਕਿ ਨਹੀਂ ਹੋਣਾ ਚਾਹੀਦਾ। ਕੀ ਲੱਗਦਾ ਕਿ ਸ਼੍ਰੋਮਣੀ ਕਮੇਟੀ ਵੀ ਜਿਹੜੀ ਆ ਹੁਣ ਧਰਮ ਔਰ ਰਾਜਨੀਤੀ ਦੇ ਵਿੱਚ ਆ ਕੇ ਜਿਹੜੀ ਆ ਇਹਦੇ ਵਿੱਚ ਸਾਥ ਦੇਵੇਗੀ? ਦੇਖੋ ਜੀ, ਬੇਨਤੀ ਇਹ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ, ਇਹ ਸਾਡੀ ਸਿੱਖਾਂ ਦੀ ਇਸ ਵੇਲੇ ਸਿਰਮੌਰ ਸੰਸਥਾ।
ਬਹੁਤ ਹੀ ਕੁਰਬਾਨੀਆਂ ਕਰਕੇ ਸਿੱਖਾਂ ਨੇ ਇਹ ਸੰਸਥਾ ਬਣਾਈ। ਸੋ ਸਾਡੇ ਅੱਜ ਆਪਾਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਸਤਿਕਾਰ ਦੀ ਆਪਾਂ ਗੱਲ ਦੇਖਦੇ ਹਾਂ ਤੇ ਹਰ ਬੰਦਾ, ਹਰ ਬੱਚਾ ਜਾਂ ਨਵਾਂ ਜਿਹੜਾ ਵੀ ਸਿੰਘ ਸਜਦਾ ਉਹ ਰੋਜ਼ ਹੀ ਟੀਵੀ ਦੇ ਉੱਤੋਂ ਦੇਖਦਾ ਕਿ ਅੰਮ੍ਰਿਤਸਰ ਸਾਹਿਬ ਤੋਂ ਸਿੱਧਾ ਲਾਈਵ ਸਿੱਧਾ ਪ੍ਰਸਾਰਣ ਹੁੰਦਾ। ਉਹਦੇ ਵਿੱਚ ਉਹ ਦੇਖਦਾ ਕਿ ਕਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਔਰ ਕਿੱਦਾਂ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਵਿੱਚ ਸੇਵਾ ਨਿਭਾਈ ਜਾਂਦੀ। ਉਹ ਸਿੱਖਿਆ ਲੈ ਕੇ ਅਸੀਂ ਸਾਰਿਆਂ ਨੇ ਇਹ ਕਰਨਾ ਹੁੰਦਾ। ਮੇਰੇ ਕਹਿਣ ਦਾ ਭਾਵ ਹੈ ਕਿ ਸ਼੍ਰੋਮਣੀ ਕਮੇਟੀ ਸਿਰਮੌਰ ਸੰਸਥਾ ਹੈ, ਇਹਦਾ ਸਭ ਤੋਂ ਪਹਿਲਾ ਜਿਹੜਾ ਮੁੱਢਲਾ ਜਿਹੜਾ ਫਰਜ਼ ਹੈ ਉਹ ਇਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਵੇਂ ਸੇਵਾ ਔਰ ਕਿਵੇਂ ਸਤਿਕਾਰ ਰੱਖਣਾ। ਜੇਕਰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜੇਕਰ ਅੱਜ ਲਾਪਤਾ ਹੋਏ ਨੇ ਜਾਂ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਅੱਜ ਆਪਾਂ ਗੱਲ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਕੋਲੋਂ ਆਪਾਂ ਇੱਕ ਰੁਮਾਲਾ ਵੀ ਸੇਵਾ ਵਾਸਤੇ ਲੈਣਾ ਹੋਵੇ, ਉਹਦੀ ਵੀ 10 ਜਗ੍ਹਾ ਦੇ ਉੱਤੇ ਪਰਚੀ ਪ੍ਰਧਾਨ ਸਾਹਿਬ ਕੋ ਆਗਿਆ, ਸ਼੍ਰੋਮਣੀ ਕਮੇਟੀ ਮੈਂਬਰ ਦੇ ਕੋਲੋਂ ਉਹਦੀ ਆਗਿਆ, ਉਹਦੀ ਜਿਹੜਾ ਪ੍ਰਚਾਰਕ ਹੈ ਉਹਦੀ ਪੜਤਾਲ ਕਰਦਾ ਹੈ, ਉਹ ਸਾਰਾ ਕੁਝ ਮਨਜ਼ੂਰੀ ਲਿਖ ਕੇ ਮਨਜ਼ੂਰੀ ਦੇ ਕੇ ਆਗਿਆ ਹੁੰਦੀ। ਫਿਰ ਜਾ ਕੇ ਸ਼੍ਰੋਮਣੀ ਕਮੇਟੀ ਦਾ ਮੈਨੇਜਰ ਜਿਹੜਾ ਹੈ ਪ੍ਰਬੰਧਕ ਸਕੱਤਰਾਂ ਦੀ ਸਾਰਿਆਂ ਦੇ ਵਿੱਚ ਸਾਈਨ ਹੋ ਕੇ ਫਿਰ ਆਗਿਆ ਹੋ ਕੇ ਤੇ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਂ ਰੁਮਾਲਾ ਦਿੰਦੇ ਆ। ਸੋ ਜੇ ਅੱਜ 328 ਸਰੂਪਾਂ ਦੇ ਜੇਕਰ ਕੋਈ ਪੈਸਿਆਂ ਦੇ ਵਿੱਚ ਸੇਵਾਵਾਂ ਦੇ ਵਿੱਚ ਘਟਾਲਾ ਹੋਇਆ ਹੈ, ਇਹ ਸਭ ਤੋਂ ਪਹਿਲਾ ਮੁੱਢਲਾ ਫਰਜ਼ ਸ਼੍ਰੋਮਣੀ ਕਮੇਟੀ ਦਾ ਬਣਦਾ ਹੈ ਕਿ ਉਹ 328 ਸਰੂਪਾਂ ਦਾ ਜਿਹੜਾ ਹਿਸਾਬ ਕਿਤਾਬ ਦੇਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਇਹ ਇਕੱਲਾ ਕਿਸੇ ਇੱਕ ਸੰਸਥਾ ਦਾ ਨਹੀਂ ਹੈ, ਇਹ ਸਾਰੀ ਦੁਨੀਆ ਦਾ ਇਕੱਲੇ ਸਿੱਖ ਦੀਆਂ ਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਨੇ। ਜੇ ਅੱਜ ਆਪਣੇ ਪਿੰਡਾਂ ਦੇ ਵਿੱਚੋਂ ਕੋਈ ਗੁਰੂ ਗ੍ਰੰਥ ਸਾਹਿਬ ਕੋਈ ਗਾਇਬ ਹੋ ਜਾਵੇ ਤਾਂ ਅੱਜ ਸਾਰਾ ਪੰਥ ਉੱਥੇ ਇਕੱਠਾ ਹੋ ਜਾਂਦਾ। ਜਿੱਥੇ ਵੀ ਆਪਾਂ ਦੇਖਦੇ ਹਾਂ ਕਿਤੇ ਬੇਅਦਬੀ ਹੁੰਦੀ ਹੈ, ਸਾਰੀਆਂ ਹੀ ਜਥੇਬੰਦੀਆਂ ਸਾਰਾ ਪੰਥ ਉੱਥੇ ਇਕੱਠਾ ਹੁੰਦਾ ਔਰ ਸਾਰਾ ਕੁਝ ਦੇਖਿਆ ਜਾਂਦਾ ਇੱਥੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਦੇ ਵਿੱਚ ਵੀ ਸਭ ਕੁਝ ਹੈ। ਸੋ ਉਹਨਾਂ ਨੂੰ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੂੰ ਸੰਗਤ ਦੇ ਸਨਮੁਖ ਸਾਰਾ ਹਿਸਾਬ ਕਿਤਾਬ ਦੱਸਣਾ ਚਾਹੀਦਾ। ਜੇਕਰ ਉਹ ਚੰਗੀ ਤਰੀਕੇ ਦੇ ਨਾਲ ਨਹੀਂ ਦੱਸਦੇ ਤੇ ਅੱਜ ਜੇ ਸਤਿਕਾਰ ਕਮੇਟੀਆਂ ਅੱਜ ਉਹਨਾਂ ਦੇ ਕੋਲੋਂ ਪੁੱਛ ਰਹੀਆਂ, ਦੇਖੋ ਹਰ ਇੱਕ ਗੁਰਸਿੱਖ ਜਿਹੜਾ ਉਹ ਪੁੱਛ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਨੇ, ਇਕੱਲੇ ਇੱਕ ਸੰਸਥਾ ਦੇ ਨਹੀਂ। ਹਰ ਇੱਕ ਬੰਦਾ ਜਿਹੜਾ ਉਹ ਪੁੱਛ ਸਕਦਾ ਹੈ ਵੀ ਇਹਦੇ ਬਾਰੇ ਦੱਸੋ। ਤੇ ਸਾਡਾ ਫਰਜ਼ ਕੀ ਬਣਦਾ ਹੈ, ਲੜਨ ਦੀ ਬਜਾਏ ਝਗੜਨ ਦੀ ਬਜਾਏ ਆਪਾਂ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਦੱਸੀਏ। ਜੇ ਆਪਾਂ ਉਹਨਾਂ ਨੂੰ ਨਹੀਂ ਦੱਸ ਸਕਦੇ, ਸਾਡੀਆਂ ਵੈਬਸਾਈਟਾਂ ਬਣੀਆਂ SGPC ਦੀਆਂ, ਉਹਨਾਂ ਦੇ ਉੱਤੇ ਸਾਰਾ ਕੁਝ ਲੇਖਾ ਜੋਖਾ ਹਿਸਾਬ ਕਿਤਾਬ ਪਾਈਏ ਤਾਂ ਕਿ ਪਾਰਦਰਸ਼ੀ ਢੰਗ ਦੇ ਨਾਲ ਕੱਲੀ ਗੱਲ ਜਿਹੜੀ ਉਹ ਸਾਹਮਣੇ ਆ ਜਾਵੇ। ਔਰ ਜਿੱਥੇ ਕਿਤੇ ਕੁਤਾਹੀ ਹੁੰਦੀ ਆ ਜਾਂ ਹੋਈ ਹੈ ਜਾਂ ਜਿਹਦੇ ਕੋਲੋਂ ਵੀ ਹੋਈ ਹੈ, ਉਹਨੂੰ ਬਣਦੀ ਯੋਗ ਸਜ਼ਾ ਜਿਹੜੀ ਆ ਉਹਨੂੰ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰਬੰਧ ਵਧੀਆ ਚੱਲੇ। ਜਿੰਨੀ ਦੇਰ ਤੱਕ ਆਪਾਂ ਪਾਰਦਰਸ਼ੀ ਢੰਗ ਦੇ ਨਾਲ ਸਾਰਾ ਕੁਝ ਸੰਗਤਾਂ ਨੂੰ ਨਹੀਂ ਦੱਸਾਂਗੇ, ਉਨੀ ਦੇਰ ਤੇ ਸੰਗਤਾਂ ਦਾ ਜਿਹੜਾ ਆ ਉਹ ਰੋਹ ਹਰ ਇੱਕ ਸਿੱਖ ਦਾ ਜਿਹੜਾ ਉਹ ਵੱਧਦਾ ਜਾਂਦਾ। ਉਹ ਫਿਰ ਇਸੇ ਸੰਸਥਾ ਨੂੰ ਫਿਰ ਉਹ ਨਫ਼ਰਤ ਦੀ ਨਿਗਾਹ ਦੇ ਨਾਲ, ਉਹ ਨਫ਼ਰਤ ਦੀ ਭਾਵਨਾ ਦੇ ਨਾਲ ਦੇਖਦਾ ਤੇ ਤਾਂ ਕਿ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਤਿਕਾਰ ਜਿਹੜਾ ਉਹ ਘਟਦਾ ਜਾਣਾ। ਸੋ ਇਸ ਨਾਮ ਬਾਬਾ ਸਵੰਤ ਸਿੰਘ ਪਟਲਾਵਾ ਜੀ, ਜਿਨ੍ਹਾਂ ਨੇ ਦੱਸਿਆ ਕਿ ਅੱਜ ਪਹਿਲਾਂ ਤਾਂ ਉਹਨਾਂ ਨੇ ਗੁਰੂ ਸਾਹਿਬ ਦੇ ਅੱਜ ਪ੍ਰਕਾਸ਼ ਗੁਰਤਾ ਗੱਦੀ ਦਿਵਸ ਦੇ ਸਾਰੀਆਂ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ। ਉੱਥੇ ਉਹਨਾਂ ਨੇ ਕਿਹਾ ਕਿ ਹਰ ਸੰਗਤ ਦਾ ਇੱਕ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦਾ ਸਤਿਕਾਰ ਕਰਨ। ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਹੈ ਕਿ ਪੂਰੀ ਮਰਿਆਦਾ ਦੇ ਨਾਲ ਪੂਰਾ ਜੋ ਉਹਨਾਂ ਦੀ ਡਿਊਟੀ ਹੈ ਉਹ ਨਿਭਾਉਣ। E5 ਚੈਨਲ ਨੇ ਨਵਾਂ ਸ਼ਰਤ ਨਰਿੰਦਰ ਤੋਂ E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।